Kanchan Outlook। ਆਸਾ ਮਹਿਲਾ ਪੰਜਵਾਂ। ਜਹਾਂ ਪਠਾਵੋ ਤਹਾਂ ਤਹਾਂ ਜਾਈ, ਜੋ ਤੁਮ ਦੇਹੋ ਸੋਈ ਸੁਖ ਪਾਈ। ਹੇ ਗੋਬਿੰਦ, ਹੇ ਪ੍ਰਮਾਤਮਾ, ਤੂੰ ਮੈਨੂੰ ਜਿੱਧਰ ਵੀ ਭੇਜਦਾ ਹੈ ਮੈਂ ਉੱਧਰ ਉੱਧਰ ਹੀ ਜਾਂਦਾ ਹਾਂ। ਪਠਾਵੋ ਤੋਂ ਭਾਵ ਭੇਜਣਾ। ਤੂੰ ਮੈਨੂੰ ਜੋ ਦਿੰਦਾ ਹੈ, ਬੇਸ਼ੱਕ ਸੁੱਖ ਹੋਵੇ ਬੇਸ਼ੱਕ ਦੁੱਖ ਹੋਵੇ, ਜੋ ਤੁਮ ਦੇਹੋ ਸੋਈ ਸੁਖ ਪਾਈ। ਮੈਂ ਉਹਨੂੰ ਸੁੱਖ ਮੰਨ ਕੇ ਹੀ ਖਿੜੇ ਮੱਥੇ ਸਵੀਕਾਰ ਕਰਦਾ ਹਾਂ। ਸਦਾ ਚੇਰੇ ਗੋਵਿੰਦ ਗੁਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਕਾਈ ਰਹਾਓ। ਹੇ ਗੋਬਿੰਦ, ਹੇ ਗੁਸਾਈ, ਮਿਹਰ ਕਰ ਕਿ ਮੈਂ ਸਦਾ ਹੀ ਤੇਰਾ ਚੇਲਾ ਤੇਰਾ ਦਾਸ ਬਣਿਆ ਰਹਾਂ, ਕਿਉਂਕਿ ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵੱਲੋਂ ਸਦਾ ਰੱਜਿਆ ਰਹਿ ਸਕਦਾ ਹਾਂ। ਤੁਮਰਾ ਦੀਆ ਪੈਨੋ ਖਾਈ, ਤਉ ਪ੍ਰਸਾਦ ਪ੍ਰਭ ਸੁਖੀ ਬਲਾਈ। ਬਲਾਈ ਤੋਂ ਭਾਵ ਉਮਰ ਗੁਜ਼ਾਰਨਾ। ਹੇ ਪ੍ਰਮਾਤਮਾ, ਮੈਂ ਤੇਰਾ ਦਿੱਤਾ ਹੋਇਆ ਹੀ ਪਹਿਨਦਾ ਹਾਂ, ਤੇਰਾ ਦਿੱਤਾ ਹੋਇਆ ਹੀ ਖਾਂਦਾ ਹਾਂ। ਤੇਰੀ ਕਿਰਪਾ ਦੇ ਨਾਲ ਮੈਂ ਆਪਣਾ ਜੀਵਨ ਸੁੱਖ ਅਤੇ ਆਨੰਦ ਦੇ ਨਾਲ ਬਤੀਤ ਕਰ ਰਿਹਾ ਹਾਂ। ਮਨ ਤਨ ਅੰਤਰ ਤੁਝੈ ਧਿਆਈ, ਤੁਮਰੈ ਲਵੈ ਨਾ ਕੋਊ ਲਾਈ। ਹੇ ਪ੍ਰਭੂ, ਮੈਂ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਸਦਾ ਹੀ ਤੈਨੂੰ ਯਾਦ ਕਰਦਾ ਰਹਿੰਦਾ ਹਾਂ। ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਵੀ ਨਹੀਂ ਸਮਝਦਾ। ਜੋ ਹਸਤੀ ਤੇਰੀ ਹੈ ਮੇਰੇ ਮਨ ਦੇ ਵਿੱਚ, ਉਹਦੇ ਨੇੜੇ ਤੇੜੇ ਵੀ ਮੈਂ ਕਿਸੇ ਹੋਰ ਹਸਤੀ ਨੂੰ ਲੱਗਣ ਨਹੀਂ ਦਿੰਦਾ। ਕਉ ਨਾਨਕ ਨਿਤ ਇਵੈ ਧਿਆਈ, ਗਤ ਹੋਵੈ ਸੰਤਾਂ ਲੱਗ ਪਾਈ। ਹੇ ਨਾਨਕ, ਪ੍ਰਭੂ ਦਰ ਤੇ ਅਰਦਾਸ ਕਰਦਾ ਰਹਿ ਤੇ ਆਖ ਕਿ ਹੇ ਪ੍ਰਭੂ ਮਿਹਰ ਕਰ, ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ। ਤੇਰੀ ਮਿਹਰ ਹੋਵੇ ਤਾਂ ਤੇਰੇ ਸੰਤ ਜਨਾਂ ਦੀ ਚਰਨੀ ਲੱਗ ਕੇ ਮੈਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਵਾਂ। ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਇਸ ਸ਼ਬਦ ਦੇ ਰਾਹੀਂ ਪ੍ਰਮਾਤਮਾ ਦੇ ਪ੍ਰਤੀ ਉਹਨਾਂ ਦਾ ਸ਼ੁਕਰਾਨਾ ਸਾਫ਼ ਝਲਕਦਾ ਹੈ। ਕਿੰਨਾ ਪਿਆਰ ਗੁਰੂ ਸਾਹਿਬ ਪ੍ਰਮਾਤਮਾ ਨੂੰ ਕਰਦੇ ਹਨ, ਉਹਨਾਂ ਦੀ ਰਜ਼ਾ ਦੇ ਵਿੱਚ ਕਿੰਨਾ ਕੁ ਰਹਿੰਦੇ ਹਨ, ਇਹ ਗੱਲਾਂ ਇਸ ਸ਼ਬਦ ਦੇ ਵਿੱਚੋਂ ਉਘੜ ਕੇ ਸਾਹਮਣੇ ਆਉਂਦੀਆਂ ਨੇ। ਅੱਜ ਦੇ ਪੂਰੇ ਅੰਗ ਦੀ ਬਾਣੀ ਦੇ ਵਿੱਚ ਹੀ ਕੁਝ ਇਸ ਪ੍ਰਕਾਰ ਦਾ ਹੀ ਭਾਵ ਚੱਲਣਾ ਹੈ। ਅਗਲਾ ਸ਼ਬਦ ਆਸਾ ਮਹਿਲਾ ਪੰਜਵਾਂ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਹੇ ਭਾਈ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ। ਰਸਤੇ ਤੁਰਦਿਆਂ ਵੀ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਸ਼ਰਵਨ ਸੁਣੀ ਜੈ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲਥਾ ਰਹਾਓ। ਇਹ ਭਾਈ, ਆਪਣੇ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਸੁਣਦੇ ਰਹਿਣਾ ਚਾਹੀਦਾ ਹੈ। ਜਿਸ ਦੇ ਸੁਣਿਆ ਮਨ ਦੇ ਵਿੱਚ ਆਤਮਿਕ ਆਨੰਦ ਪੈਦਾ ਹੁੰਦਾ ਹੈ। ਮਨ ਦੇ ਸਾਰੇ ਹੀ ਦੁੱਖ ਸਾਰੇ ਹੀ ਰੋਗ ਦੂਰ ਹੋ ਜਾਂਦੇ ਨੇ। ਕਾਰਜ ਕਾਮ ਬਾਟ ਘਾਟ ਜਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਹਰੇਕ ਕੰਮ ਕਾਜ ਕਰਦਿਆਂ ਰਾਹੇ ਤੁਰਦਿਆਂ ਪੱਤਨ ਲੰਘਦਿਆਂ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਗੁਰੂ ਦੀ ਕਿਰਪਾ ਨਾਲ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ। ਦਿਨ ਸਰੈਨ ਹਰ ਕੀਰਤਨ ਗਾਈਐ, ਸੋ ਜਨ ਜਮ ਕੀ ਵਾਟ ਨਾ ਪਾਈਐ। ਦਿਨ ਰਾਤ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਰਹਿਣਾ ਚਾਹੀਦਾ ਹੈ। ਜਿਹੜਾ ਮਨੁੱਖ ਇਹ ਕੰਮ ਕਰਦਾ ਰਹਿੰਦਾ ਹੈ, ਜ਼ਿੰਦਗੀ ਦੇ ਸਫ਼ਰ ਦੇ ਵਿੱਚ ਆਤਮਿਕ ਮੌਤ ਉਹਦੇ ਨੇੜੇ ਨਹੀਂ ਟੁੱਕਦੀ। ਆਠ ਪਹਿਰ ਜਿਸ ਵਿਸਰੈ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਹੇ ਨਾਨਕ ਆਖ, ਹੇ ਪ੍ਰਭੂ, ਜਿਸ ਮਨੁੱਖ ਨੂੰ ਅੱਠੇ ਪਹਿਰ ਕਿਸੇ ਵੇਲੇ ਵੀ ਤੂੰ ਨਹੀਂ ਵਿਸਰਦਾ, ਉਸ ਦੇ ਚਰਨੀ ਲੱਗ ਕੇ ਹੋਰ ਮਨੁੱਖਾਂ ਨੂੰ ਵੀ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ। ਗੁਰੂ ਸਾਹਿਬਾਨਾਂ ਦੁਆਰਾ ਰਚਿਤ ਗੁਰਬਾਣੀ ਦੇ ਲੜ ਲੱਗ ਕੇ ਸਾਡੀ ਵੀ ਗਤੀ ਹੋ ਜਾਂਦੀ ਹੈ, ਸਾਡੀ ਆਤਮਿਕ ਅਵਸਥਾ ਵੀ ਉੱਚੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਉਹ ਹਸਤੀ ਹੈ ਜੋ ਸਦਾ ਹੀ ਚੱਤੋ ਪਹਿਰਹੀ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਲੱਗੀ ਹੋਈ ਹੈ, ਤੇ ਅਜਿਹੀ ਹਸਤੀ ਦੇ ਚਰਨੀ ਲੱਗ ਕੇ ਅਸੀਂ ਵੀ ਆਪਣੇ ਆਤਮਿਕ ਜੀਵਨ ਨੂੰ ਮਜ਼ਬੂਤੀ ਦੇ ਸਕਦੇ ਹਾਂ। ਆਸਾ ਮਹਿਲਾ ਪੰਜਵਾਂ। ਜਾ ਕੈ ਸਿਮਰਨ ਸੂਖ ਨਿਵਾਸ, ਭਈ ਕਲਿਆਣ ਦੁਖ ਹੋਵਤ ਨਾਸ।
ਗੁਰੂ ਦੇ ਕਹੇ ਅਨੁਸਾਰ ਜਦੋਂ ਅਸੀਂ ਉਸ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਸਿਮਰਨ ਦੀ ਬਰਕਤ ਦੇ ਨਾਲ ਸਾਡੇ ਮਨ ਵਿੱਚ ਸੁੱਖ ਦਾ ਵਾਸ ਹੋ ਜਾਂਦਾ ਹੈ। ਭਈ ਕਲਿਆਣ ਸਦਾ ਸੁੱਖ ਬਣਿਆ ਰਹਿੰਦਾ ਹੈ। ਦੁੱਖ ਹੋਵਤ ਨਾਸ, ਸਾਡੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਫਿਰ ਤੋਂ ਯਾਦ ਕਰਵਾ ਦਈਏ, ਇਹ ਨਹੀਂ ਹੁੰਦਾ ਕਿ ਗੁਰਬਾਣੀ ਦੇ ਲੜ ਲੱਗੇ ਆ, ਪਰਮਾਤਮਾ ਦਾ ਸਿਮਰਨ ਕਰਦੇ ਹਾਂ ਅਤੇ ਸਾਡੇ ਜੀਵਨ ਦੇ ਵਿੱਚ ਦੁੱਖ ਦੀਆਂ ਘੜੀਆਂ ਹੀ ਨਹੀਂ ਆਉਣਗੀਆਂ। ਅਜਿਹੀਆਂ ਸਥਿਤੀਆਂ ਜ਼ਰੂਰ ਆਉਣਗੀਆਂ ਜੋ ਆਮ ਤੌਰ 'ਤੇ ਸਾਨੂੰ ਦੁਖੀ ਕਰਨ ਦੀ ਸਮਰੱਥਾ ਰੱਖਦੀਆਂ ਹੋਣਗੀਆਂ, ਪਰ ਜਦ ਅਸੀਂ ਪ੍ਰਮਾਤਮਾ ਦੇ ਲੜ ਲੱਗੇ ਹੋਏ ਹਾਂ, ਪ੍ਰਮਾਤਮਾ ਦੇ ਨਾਲ ਸਾਂਝ ਗੰਢੀ ਬੈਠੇ ਹਾਂ, ਤਾਂ ਉਹ ਸਥਿਤੀਆਂ ਸਾਨੂੰ ਦੁਖੀ ਨਹੀਂ ਕਰਨਗੀਆਂ। ਮਨ ਸਾਡਾ ਸ਼ਾਂਤ ਰਹੇਗਾ। ਸਰੀਰਕ ਤੌਰ 'ਤੇ ਬੇਸ਼ੱਕ ਅਸੀਂ ਕਿਸੇ ਵੀ ਭੈੜੀ ਤੋਂ ਭੈੜੀ ਹਾਲਤ ਦੇ ਵਿੱਚ ਫਸੇ ਹੋਈਏ। ਗੁਰੂ ਅਰਜਨ ਸਾਹਿਬ ਦੇ ਖੁਦ 'ਤੇ ਕਿੰਨਾ ਤਸ਼ੱਦਦ ਹੋਇਆ, ਪਰ ਉਹਨਾਂ ਦਾ ਮਨ ਸ਼ਾਂਤ ਰਿਹਾ। ਉਹਨਾਂ ਤੋਂ ਬਾਅਦ ਅਨੇਕਾਂ ਹੀ ਸਿੱਖਾਂ 'ਤੇ, ਗੁਰੂ ਸਾਹਿਬਾਨਾਂ 'ਤੇ ਵੀ ਅਣਮਨੁੱਖੀ ਤਸ਼ੱਦਦ ਹੋਏ, ਪਰ ਉਹਨਾਂ ਦੇ ਮਨ ਨਹੀਂ ਡੋਲੇ। ਮੌਤ ਨੂੰ ਸਾਹਮਣੇ ਖੜੀ ਦੇਖ ਕੇ ਵੀ ਉਹਨਾਂ ਦੇ ਚਿਹਰਿਆਂ ਦਾ ਨੂਰ ਫਿੱਕਾ ਨਹੀਂ ਪਿਆ। ਕਿਉਂ? ਕਿਉਂਕਿ ਪ੍ਰਭੂ ਦੇ ਸਿਮਰਨ ਦੀ ਬਰਕਤ ਦੇ ਨਾਲ ਉਹਨਾਂ ਦੇ ਅੰਦਰ ਸਦਾ ਹੀ ਸੁੱਖ ਬਣਿਆ ਰਿਹਾ। ਉਹਨਾਂ ਦੇ ਜੀਵਨ 'ਚੋਂ ਦੁੱਖਾਂ ਦਾ ਨਾਸ ਹੋ ਗਿਆ। ਆਨੰਦ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਦ ਸਦਾ ਮਨਾਵੋ। ਰਹਾਓ, ਹੇ ਭਾਈ, ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਤੁਰ ਕੇ ਸਦਾ ਹੀ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਰਹੋ। ਗੁਰੂ ਦੇ ਹੁਕਮ ਅਨੁਸਾਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਿਹਾ ਕਰੋ। ਕੋਈ ਨੁਕਸਾਨ ਨਹੀਂ, ਫਾਇਦਾ ਹੀ ਫਾਇਦਾ ਹੈ। ਤੁਹਾਡੇ ਅੰਦਰ ਸਦਾ ਹੀ ਆਤਮਿਕ ਆਨੰਦ ਬਣਿਆ ਰਹੇਗਾ। ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਸਤਿਗੁਰੂ ਦੇ ਲੜ ਲੱਗ ਕੇ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲਾ ਗੁਰੂ ਦਾ ਸ਼ਬਦ ਹੈ ਜੋ, ਉਹ ਕਮਾਓ। ਉਸ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਪੱਕਿਆਂ ਕਰੋ। ਆਪਣੇ ਜੀਵਨ ਨੂੰ ਸ਼ਬਦ ਦੇ ਅਨੁਸਾਰ ਘੜੋ, ਸ਼ਬਦ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਵੋ। ਅਜਿਹਾ ਕਰਨ ਦੇ ਨਾਲ ਥਿਰ ਘਰ ਬੈਠੇ ਆਪਣੇ ਹਿਰਦੇ ਘਰ ਦੇ ਵਿੱਚ ਟਿਕੇ ਹੋਏ ਹੀ ਪ੍ਰਭ ਆਪਣਾ ਪਾਵੋ। ਪਰਮਾਤਮਾ ਦੇ ਨਾਲ ਅਸੀਂ ਸਾਂਝ ਪਾ ਲਵਾਂਗੇ, ਪਰਮਾਤਮਾ ਦਾ ਮਿਲਾਪ ਹਾਸਲ ਕਰ ਲਵਾਂਗੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੇ ਮੇਰੇ ਵੀਰ, ਮੇਰੇ ਮਿੱਤਰ, ਕਦੇ ਕਿਸੇ ਦਾ ਬੁਰਾ ਨਾ ਚਿਤਵਿਆ ਕਰ। ਆਪਣੇ ਮਨ ਦੇ ਵਿੱਚ ਕਦੇ ਵੀ ਅਜਿਹੀ ਇੱਛਾ ਜਾਂ ਅਜਿਹੇ ਖਿਆਲ ਨਾ ਪੈਦਾ ਹੋਣ ਦੇ ਜਿਹੜੇ ਇਸ ਪ੍ਰਕਾਰ ਹੋਣ ਕਿ ਕਿਸੇ ਦਾ ਨੁਕਸਾਨ ਹੋਵੇ। ਕਿਸੇ ਦੇ ਨੁਕਸਾਨ ਦੇ ਵਿੱਚ ਆਪਣੀ ਖੁਸ਼ੀ ਨਾ ਲੱਭ। ਇਹਦਾ ਨਤੀਜਾ ਇਹ ਹੋਏਗਾ ਕਿ ਤੈਨੂੰ ਖੁਦ ਨੂੰ ਵੀ ਕਦੇ ਕੋਈ ਦੁੱਖ ਪੋ ਨਹੀਂ ਸਕੇਗਾ। ਜਿੰਨਾ ਕੋਈ ਮਨੁੱਖ ਦੂਜੇ ਦਾ ਬੁਰਾ ਚਿਤਵੇਗਾ, ਦੂਜੇ ਦੇ ਨੁਕਸਾਨ ਦੇ ਵਿੱਚ ਖੁਸ਼ ਹੋਏਗਾ, ਆਪਣੇ ਛੋਟੇ ਜਿਹੇ ਨੁਕਸਾਨ 'ਤੇ ਉਸ ਤੋਂ ਜ਼ਿਆਦਾ ਦੁਖੀ ਹੋਏਗਾ। ਕਿਉਂਕਿ ਉੱਥੇ ਦੋ ਚੀਜ਼ਾਂ ਕੰਮ ਕਰਨਗੀਆਂ। ਇੱਕ ਤੇ ਜੋ ਖੁਦ ਦਾ ਨੁਕਸਾਨ ਹੋਇਆ ਉਹਦਾ ਤੇ ਦੁੱਖ ਲੱਗਣਾ ਹੀ ਹੈ। ਦੂਜਾ ਇਹ ਵੀ ਕਿ ਫਲਾਣੇ ਦਾ ਨੁਕਸਾਨ ਨਹੀਂ ਹੋਇਆ, ਮੇਰਾ ਕਿਉਂ ਹੋ ਗਿਆ। ਇਹ ਚੀਜ਼ ਹੋਰ ਜ਼ਿਆਦਾ ਤੰਗ ਕਰੇਗੀ। ਸੋ ਨੁਕਸਾਨ ਦਾ ਜੋ ਦੁੱਖ ਹੋਣਾ ਸੀ ਉਹ ਤੇ ਹੋਣਾ ਹੀ ਸੀ। ਜੇ ਅਸੀਂ ਦੂਜਿਆਂ ਦਾ ਬੁਰਾ ਚਿਤਵਦੇ ਹਾਂ ਤਾਂ ਉਹ ਸਾਨੂੰ ਵਾਪਸ ਆ ਡੰਗਦਾ ਹੈ ਜਦ ਸਾਡਾ ਕੋਈ ਨੁਕਸਾਨ ਹੋਵੇ। ਸੋ ਬਿਹਤਰ ਹੈ ਕਿਸੇ ਦਾ ਵੀ ਬੁਰਾ ਨਾ ਚਿਤਵੀਏ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁਖ ਨਾਨਕ ਅਨ ਦਿਨ ਚੀਨਾ। ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦੇ ਨਾਮ ਦਾ ਤੰਤਰ ਤੇ ਮੰਤਰ ਦੇ ਦਿੱਤਾ, ਉਹ ਬਾਕੀ ਦੇ ਤੰਤਰਾਂ ਮੰਤਰਾਂ ਦੇ ਨਾਲ ਦੂਜਿਆਂ ਦਾ ਬੁਰਾ ਚਿਤਵਣ ਦੀ ਬਜਾਏ ਆਪਣੇ ਮਨ ਵਿੱਚ ਆਤਮਿਕ ਆਨੰਦ ਮਹਿਸੂਸ ਕਰ ਲੈਂਦਾ ਹੈ। ਉਹ ਆਤਮਿਕ ਆਨੰਦ ਜੋ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਪੈਦਾ ਹੋਇਆ। ਆਸਾ ਮਹਿਲਾ ਪੰਜਵਾਂ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਜੇਕਰ ਕੋਈ ਨੀਚ ਇਨਸਾਨ ਹੋਵੇ, ਉਹਨੂੰ ਨੀਚ ਸਮਝਿਆ ਜਾਂਦਾ ਹੋਵੇ, ਹਾਲਾਂਕਿ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਸਾਰੇ ਹੀ ਇਨਸਾਨ ਬਰਾਬਰ ਨੇ, ਪਰ ਇਨਸਾਨ ਹੀ ਇੱਕ ਦੂਜੇ ਨੂੰ ਉੱਚਾ ਜਾਂ ਨੀਵਾਂ ਸਮਝਦੇ ਨੇ। ਗੁਰੂ ਸਾਹਿਬ ਕਹਿੰਦੇ, ਜੇ ਕਿਸੇ ਨੂੰ ਸਾਰੇ ਹੀ ਨੀਚ ਮੰਨਦੇ ਹੋਣ, ਨੀਵਾਂ ਸਮਝਦੇ ਹੋਣ, ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਏ ਤੇ ਉਹ ਵੀ ਚਾਰੇ ਖੂੰਜਿਆਂ ਚਾਰਾਂ ਦਿਸ਼ਾਵਾਂ ਦੇ ਵਿੱਚ ਮਸ਼ਹੂਰ ਹੋ ਜਾਂਦਾ ਹੈ।
ਮੰਨਿਆ ਜਾਣ ਲੱਗਦਾ ਹੈ। ਨਾਮ ਜਪਤ ਉਹ ਚੌਕੁੰਟ ਮਨ ਹੈ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ। ਹੇ ਪਿਆਰੇ ਪ੍ਰਭੂ, ਮੈਂ ਤੇਰਾ ਦਰਸ਼ਨ ਮੰਗਦਾ ਹਾਂ, ਮੈਨੂੰ ਆਪਣੇ ਦਰਸ਼ਨ ਦੀ ਦਾਤ ਦੇ। ਜਿਸ ਜਿਸ ਨੇ ਤੇਰੀ ਸੇਵਾ ਭਗਤੀ ਕੀਤੀ, ਉਸ ਨੂੰ ਤੂੰ ਆਪਣਾ ਦਰਸ਼ਨ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ। ਜਾਕੈ ਨਿਕਟ ਨਾ ਆਵੈ ਕੋਈ, ਸਗਲ ਸ੍ਰਿਸ਼ਟ ਉਵਾ ਕੇ ਚਰਨ ਮਲ ਧੋਈ। ਹੇ ਪ੍ਰਭੂ, ਕੰਗਾਲ ਜਾਣ ਕੇ, ਨੀਚ ਜਾਣ ਕੇ ਜਿਸ ਮਨੁੱਖ ਦੇ ਕੋਈ ਨੇੜੇ ਨਹੀਂ ਸੀ ਢੁਕਦਾ, ਜਦ ਉਹੀ ਮਨੁੱਖ ਤੇਰਾ ਨਾਮ ਜਪਣ ਲੱਗ ਜਾਏ, ਤੇਰੇ ਨਾਮ ਜਪਣ ਦੀ ਬਰਕਤ ਦੇ ਨਾਲ ਸਾਰੀ ਲੁਕਾਈ ਫਿਰ ਉਹਦੇ ਪੈਰ ਮਲ ਮਲ ਕੇ ਧੋਂਦੀ ਹੈ। ਸੋ ਪ੍ਰਾਣੀ ਕਾਹੂ ਨਾ ਆਵਤ ਕਾਮ, ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ। ਜਿਹੜਾ ਮਨੁੱਖ ਪਹਿਲਾਂ ਕਿਸੇ ਦੇ ਕੰਮ ਸੰਵਾਰਨ ਜੋਗਾ ਨਹੀਂ ਸੀ, ਕਿਸੇ ਦੇ ਕੰਮ ਦਾ ਨਹੀਂ ਸੀ, ਹੁਣ ਗੁਰੂ ਦੀ ਕਿਰਪਾ ਦੇ ਨਾਲ ਤੇਰਾ ਨਾਮ ਜਪਣ ਕਰਕੇ ਉਹਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ। ਉਹ ਸਭਨਾਂ ਨੂੰ ਹੀ ਧਾਰਨ ਜੋਗਾ ਹੋ ਜਾਂਦਾ ਹੈ, ਸਭਨਾਂ ਦਾ ਕਲਿਆਣ ਕਰਨ ਜੋਗਾ ਹੋ ਜਾਂਦਾ ਹੈ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਇਹ ਨਾਨਕ ਆਖ, ਸਾਧ ਸੰਗਤ ਦੇ ਵਿੱਚ ਆ ਕੇ ਜਦੋਂ ਮਾਇਆ ਦੀ ਨੀਂਦ ਦੇ ਵਿੱਚੋਂ ਸਾਡਾ ਮਨ ਜਾਗ ਜਾਂਦਾ ਹੈ, ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ, ਤਦੋਂ ਸਾਡੇ ਮਨ ਦੇ ਵਿੱਚ ਪਰਮਾਤਮਾ ਮਿੱਠਾ ਲੱਗਣ ਲੱਗਦਾ ਹੈ। ਫੇਰ ਹੀ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਲੱਗਦੇ ਹਾਂ। ਸ਼ੁਰੂਆਤ ਸਾਧ ਸੰਗਤ ਤੋਂ ਹੁੰਦੀ ਹੈ। ਸੋ ਸਾਧ ਸੰਗਤ ਦੇ ਵਿੱਚ ਜੁੜੀਏ ਤੇ ਉੱਥੇ ਜਾ ਕੇ ਪਰਮਾਤਮਾ ਦੀ ਹੀ ਗੱਲ ਕਰੀਏ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 386ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਪ੍ਰਭੂ ਦੀ ਸਿਫਤ ਸਲਾਹ ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਪੜ੍ਹੀ। ਗੁਰੂ ਸਾਹਿਬ ਨੇ ਪਰਮਾਤਮਾ ਦੇ ਨਤਮਸਤਕ ਹੋ ਕੇ ਉਹਨਾਂ ਦੀ ਸਿਫਤ ਸਲਾਹ ਕੀਤੀ ਹੈ। ਸਾਨੂੰ ਵੀ ਪਰਮਾਤਮਾ ਦਾ ਨਾਮ ਜਪਣ ਦੇ ਲਈ ਪ੍ਰੇਰਿਤ ਕੀਤਾ ਹੈ। ਸਾਨੂੰ ਦੱਸਿਆ ਹੈ ਕਿ ਕਿੰਜ ਨਾਮ ਜਪਣ ਦੇ ਨਾਲ ਸਾਡੇ ਅੰਦਰ ਸਥਾਈ ਸੁੱਖ ਪੈਦਾ ਹੋ ਜਾਂਦਾ ਹੈ, ਸਾਡੀਆਂ ਭਟਕਣਾਵਾਂ ਮੁੱਕ ਜਾਂਦੀਆਂ ਨੇ, ਅਸੀਂ ਨੀਵੇਂ ਤੋਂ ਉੱਚੇ ਹੋ ਜਾਂਦੇ ਹਾਂ, ਪ੍ਰਭੂ ਦੇ ਨਾਲ ਪਿਆਰ ਪਾ ਲੈਂਦੇ ਹਾਂ। ਪਰ ਇੱਕ ਗੱਲ ਚੇਤੇ ਰੱਖੀਏ, ਪ੍ਰਭੂ ਦੇ ਨਾਲ ਪ੍ਰੇਮ ਸਾਡਾ ਬਣੇਗਾ ਜੇਕਰ ਅਸੀਂ ਸਾਧ ਸੰਗਤ ਦੇ ਵਿੱਚ ਜਾਵਾਂਗੇ, ਸਾਧ ਸੰਗਤ ਦੇ ਵਿੱਚ ਜੁੜਾਂਗੇ। ਤੇ ਇੱਕ ਗੱਲ ਹੋਰ ਵੀ ਚੇਤੇ ਰੱਖੀਏ ਕਿ ਅਜੋਕੇ ਸਮੇਂ ਦੇ ਵਿੱਚ ਅਕਸਰ ਹੁੰਦਾ ਕੀ ਹੈ, ਲੋਕ ਗੁਰੂ ਘਰਾਂ ਦੇ ਵਿੱਚ ਵੀ ਜਾਂਦੇ ਨੇ, ਸਾਧ ਸੰਗਤ ਦੇ ਵਿੱਚ ਵੀ ਜੁੜਦੇ ਨੇ, ਪਰ ਉੱਥੇ ਜਾ ਕੇ ਵੀ ਉਹੀ ਦੁਨਿਆਵੀ ਗੱਲਾਂ, ਉਹੀ ਨਿੱਤ ਦੇ ਕਲੇਸ਼ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਇੱਕ ਦੂਜੇ ਦੀਆਂ ਚੁਗਲੀਆਂ ਕਰਨਗੇ, ਰਾਜਨੀਤੀ ਦੀਆਂ ਗੱਲਾਂ ਕਰਨਗੇ। ਪਰ ਸਾਧ ਸੰਗਤ ਦੇ ਵਿੱਚ ਜੁੜ ਕੇ ਇਹ ਗੱਲਾਂ ਨਹੀਂ, ਉੱਥੇ ਜੁੜੀਏ ਤੇ ਪ੍ਰਮਾਤਮਾ ਦੀ ਗੱਲ ਕਰੀਏ, ਪ੍ਰਮਾਤਮਾ ਦੀ ਵਾਹ ਵਾਹ ਕਰੀਏ, ਇੱਕ ਦੂਜੇ ਨੂੰ ਇਸ ਗੱਲ ਦਾ ਅਹਿਸਾਸ ਕਰਵਾਈਏ ਕਿ ਕਿੰਜ ਪ੍ਰਮਾਤਮਾ ਦੀ ਸਹਾਇਤਾ ਦੇ ਨਾਲ ਸਾਡੇ ਸਾਹ ਚੱਲਦੇ ਪਏ ਨੇ, ਕਿੰਜ ਅਸੀਂ ਆਪਣੇ ਆਸ-ਪਾਸ ਉਸ ਪ੍ਰਮਾਤਮਾ ਦੀ ਵਡਮੁੱਲਤਾ ਨੂੰ ਪਛਾਣ ਸਕਦੇ ਹਾਂ। ਉਮੀਦ ਕਰਦੇ ਹਾਂ ਅੱਗੇ ਤੋਂ ਕਦੇ ਵੀ ਜਦੋਂ ਤੁਸੀਂ ਸਾਧ ਸੰਗਤ ਦੇ ਵਿੱਚ ਜੁੜੋਗੇ ਤੇ ਪ੍ਰਮਾਤਮਾ ਦੀ ਹੀ ਗੱਲ ਕਰੋਗੇ। ਇਸੇ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।